ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਦਾ, ਹੁਣ ਤਾਂ ਬੱਚੇ ਵੀ ਪੁੱਛਣ ਲੱਗ ਗਏ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਦੇ ਤੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਣ ਦਿੰਦੇ ਹਨ, ਮਿੱਠਾ ਜਿਹਾ ਹਲੂਣਾ ਦਿੰਦੇ ਨੇ। ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ, ਸ਼ੁਰੂ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਇਸ ਵੀਕਐਂਡ 'ਤੇ ਕਰਾਂਗੇ, ਟਾਈਮ ਨਹੀਂ ਹੈ। ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ। ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ। ਘਰ ਘਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਵਿੱਚ ਲਿਜਾਣੀ ਹੈ। ਅੱਜ ਜੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ, ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ। ਪਰਿਵਾਰ ਦਾ ਕੋਈ ਵੀ ਮੈਂਬਰ ਵਾਂਝਾ ਨਾ ਰਹਿ ਜਾਵੇ, ਕੋਈ ਰਿਸ਼ਤੇਦਾਰ, ਸ਼ਰੀਕੇ ਵਿੱਚੋਂ, ਮਿੱਤਰਾਂ ਦੋਸਤਾਂ 'ਚੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 253। 52 ਅੱਖਰੀ ਨਾਮ ਦੀ ਬਾਣੀ ਚੱਲ ਰਹੀ ਹੈ। ਅੱਜ ਇਸ ਬਾਣੀ ਦੀ 15ਵੀਂ ਪੌੜੀ ਦੇ ਨਾਲ ਜੋ ਸ਼ਲੋਕ ਹੈ ਉਹਦੀ ਸ਼ੁਰੂਆਤ ਹੋ ਰਹੀ ਹੈ। ਸ਼ਲੋਕ ਅੰਤਰ ਮਨ ਤਨ ਵਸ ਰਹੇ, ਈਤ ਊਤ ਕੇ ਮੀਤ। ਵਾਹਿਗੁਰੂ ਜੀ, ਈਤ ਊਤ ਇੱਥੇ ਉੱਥੇ ਭਾਵ ਹਰ ਥਾਂ ਤੇ ਜੋ ਮਿੱਤਰ ਬਣ ਕੇ, ਮਦਦਗਾਰ ਬਣ ਕੇ ਸਹਾਈ ਹੁੰਦੇ ਨੇ, ਉਹ ਮਨ ਵਿੱਚ ਤੇ ਤਨ ਵਿੱਚ ਵਸ ਗਏ। ਮਨ ਵਿੱਚ ਵਸਣ ਦੇ ਅਰਥ ਹੈ ਅੰਦਰ ਵਾਹਿਗੁਰੂ ਜੀ ਦੇ ਨਿਯਮਾਂ ਦੀਆਂ, ਗੁਣਾਂ ਦੀਆਂ ਵਿਚਾਰਾਂ ਚੱਲਦੀਆਂ ਨੇ। ਮਨ ਰੱਬੀ ਉਪਦੇਸ਼ ਅਨੁਸਾਰ ਗੁਰੂ ਦੇ ਉਪਦੇਸ਼ਾਂ ਨੂੰ ਸਮਰਪਿਤ ਹੋ ਗਿਆ। ਸੱਚੇ ਗਿਆਨ ਦੇ ਅਨੁਸਾਰ ਇਹਦਾ ਸੁਭਾਅ ਤੇ ਸੋਚ ਬਣ ਗਈ। ਤਨ ਦੇ ਅਰਥ ਹੈ ਕਿ ਰੱਬ ਨੂੰ ਆਪਾ ਵਾਰ ਕੇ, ਗੁਰੂ ਦੇ ਲਈ ਆਪਾ ਵਾਰ ਕੇ ਜੀਵਨ ਚੱਲਣ ਲੱਗ ਪਿਆ। ਜ਼ਿੰਦਗੀ ਦਾ ਬੈਲੈਂਸ ਬਣ ਗਿਆ। ਪਰਿਵਾਰ ਲਈ, ਬੱਚਿਆਂ ਲਈ ਵੀ ਕੁਝ ਕਰਨਾ ਹੈ, ਗੁਰੂ ਦੇ ਲਈ, ਕੌਮ ਦੇ ਲਈ, ਸਮਾਜ ਲਈ ਵੀ ਕੁਝ ਕਰਨਾ ਹੈ। ਇਹ ਇਸ਼ਾਰਾ ਹੈ ਤਨ ਵਿੱਚ ਵਾਹਿਗੁਰੂ ਜੀ ਦੇ ਵਸਣ ਦਾ। ਜੀਵਨ ਵਾਹਿਗੁਰੂ ਜੀ ਨੂੰ ਸਮਰਪਿਤ ਬਣ ਗਿਆ। ਕਿਵੇਂ ਬਣਿਆ? ਗੁਰ ਪੂਰੈ ਉਪਦੇਸਿਆ, ਨਾਨਕ ਜਪੀਐ ਨੀਤ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰੋਂ ਜਦੋਂ ਗੁਰ ਸਰੂਪ ਦਾ ਮਿਲਾਪ ਹੋਇਆ, ਸੱਚਾ ਗਿਆਨ, ਤੇ ਸੱਚੇ ਗਿਆਨ ਅਨੁਸਾਰ ਫਿਰ ਉਪਦੇਸ਼ ਮਿਲੇ, ਸਿੱਖਿਆ ਦਿੱਤੀ। ਉਸ ਉਪਦੇਸ਼ ਦੇ ਰਾਹੀਂ ਸੋਚ ਸੁਭਾਅ ਨੂੰ ਪੜਚੋਲਿਆ। ਜਦੋਂ ਸੋਚ ਤੇ ਸੁਭਾਅ ਗੁਰੂ ਦੇ ਉਪਦੇਸ਼ ਅਨੁਸਾਰ ਸੰਵਾਰਿਆ ਗਿਆ, ਸ਼ਿੰਗਾਰਿਆ ਗਿਆ, ਭਾਵ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਬਣ ਗਈ। ਇਹ ਨਾਨਕ ਜੀ ਫਿਰ ਹਰ ਪਲ, ਹਰ ਛਿਨ ਵਾਹਿਗੁਰੂ ਜੀ ਨੂੰ ਜਪਣ ਦੀ ਜੁਗਤ ਆ ਗਈ। ਪੌੜੀ ਇਹ 15ਵੀਂ ਪੌੜੀ ਹੈ 52 ਅੱਖਰੀ ਨਾਮ ਦੀ ਬਾਣੀ ਦੀ। ਅਨ ਦਿਨ ਸਿਮਰਹੁ ਤਾਸ ਕਉ, ਜੋ ਅੰਤ ਸਹਾਈ ਹੋਏ। ਹੈ ਭਾਈ, ਉਸ ਵਾਹਿਗੁਰੂ ਜੀ ਨੂੰ ਹਰ ਵੇਲੇ ਯਾਦ ਰੱਖਣਾ ਹੈ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਹੈ, ਜੋ ਹਰ ਸਿਚੁਏਸ਼ਨ ਦੇ ਅਖੀਰ ਤੇ, ਜਿੱਥੇ ਕੋਈ ਵੀ ਨਹੀਂ ਨਿਭਦਾ, ਉੱਥੇ ਵਾਹਿਗੁਰੂ ਜੀ ਮਦਦਗਾਰ ਬਣਦੇ ਨੇ, ਸਹਾਈ ਹੁੰਦੇ ਨੇ।
ਇਹ ਵਿਖਿਆ ਦਿਨ ਚਾਰ ਛਿਅ ਛਾੜ ਚੱਲਿਓ ਸਭ ਕੋਇ। ਬਾਕੀ ਜੋ ਦੁਨਿਆਵੀ ਕੁਸੰਗੀ ਰਸ ਨੇ, ਦੁਨਿਆਵੀ ਰਸ ਨੇ ਜਿਹਦੇ ਚੋਂ ਬੇਕਾਰ ਜਨਮ ਲੈਂਦੇ ਨੇ, ਵਿਖਿਆ ਜ਼ਹਿਰ, ਉਹ 2-4 ਦਿਨਾਂ ਦੀ ਖੇਡ ਹੈ। ਭਾਵ ਇਹ ਨਾਲ ਨਿਭਣ ਵਾਲੀ ਨਹੀਂ। ਇਹ ਸਭ ਕੁਛ ਨੂੰ ਇੱਥੇ ਹੀ ਛੱਡ ਜਾਣਾ ਹੈ। ਜ਼ਿੰਦਗੀ ਦੇ ਅਸਲੀ ਮਕਸਦ ਨੂੰ ਯਾਦ ਰੱਖਣਾ ਹੈ। ਕਾਕੋ ਮਾਤ ਪਿਤਾ ਸੁਤ ਧੀਆਂ, ਗ੍ਰਹਿ ਬਨਤਾ ਕਛ ਸੰਗ ਨ ਲੀਆ। ਮਾਤਾ ਪਿਤਾ ਪੁੱਤਰ ਧੀਆਂ ਪਤਨੀ ਪਰਿਵਾਰ, ਇਹ ਰੱਬ ਦੇ ਦਿੱਤੇ ਹੋਏ ਸੰਜੋਗੀ ਨੇ। ਇਹਨਾਂ ਨਾਲ ਮਿਲ ਕੇ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਉਹਨਾਂ ਜ਼ਿੰਮੇਵਾਰੀਆਂ ਸਦਕਾ ਜ਼ਿੰਦਗੀ ਦੀਆਂ ਤੇ ਪਰਿਵਾਰਕ ਲੋੜਾਂ ਨੇ। ਪਰ ਜ਼ਿੰਦਗੀ ਦੇ ਕੁਝ ਕ੍ਰਿਟੀਕਲ ਹਾਲਾਤ ਹੁੰਦੇ ਨੇ ਜਿੱਥੇ ਕੇਵਲ ਤੇ ਕੇਵਲ ਵਾਹਿਗੁਰੂ ਜੀ ਹੀ ਮਦਦਗਾਰ ਹੁੰਦੇ ਨੇ। ਇਹ ਜੋ ਕੁਛ ਵੀ ਹੈ, ਇਹ ਸਭ ਕੁਛ ਜ਼ਿੰਦਗੀ ਦੇ ਨਾਲ ਨਾਲ ਚੱਲ ਰਿਹਾ, ਪਰ ਇੱਥੇ ਹੀ ਛੱਡ ਜਾਣਾ ਹੈ। ਅਸਲੀ ਮਕਸਦ ਰੱਬ ਦੀ ਯਾਦ ਵਿੱਚ ਜਿਉਣਾ, ਰੱਬ ਨੂੰ ਸਮਰਪਿਤ ਹੋ ਕੇ ਜਿਉਣਾ। ਰੱਬ ਦੀ ਬਣਾਈ ਮਨੁੱਖਤਾ ਦੇ ਲਈ, ਕੁਦਰਤ ਦੇ ਲਈ, ਸਮਾਜ ਦੇ ਲਈ, ਗੁਰੂ ਦੀ ਕੌਮ ਦੇ ਲਈ ਪਰਉਪਕਾਰ ਕਰਨੇ। ਜੀਵਨ ਜਿਉਣਾ ਗੁਰਮੁਖ ਬਣ ਕੇ, ਜੀਵਨ ਜਿਉਣਾ ਗੁਰਮਤ ਵਾਲੀ ਸੋਚ ਵਿੱਚ। ਉਹਦੇ ਲਈ ਯਤਨਸ਼ੀਲ ਰਹਿਣਾ ਹੈ, ਉਹਦੇ ਲਈ ਅੰਦਰ ਪਿਆਸ ਭੁੱਖ ਪੈਦਾ ਕਰਨੀ ਹੈ। ਪਰ ਉਹਦੇ ਲਈ ਗੁਰੂ ਕੀਆਂ ਵਿਚਾਰਾਂ, ਗੁਰੂ ਦੇ ਉਪਦੇਸ਼ ਸਹਾਈ ਹੁੰਦੇ ਨੇ। ਜਦੋਂ ਅਸੀਂ ਰੱਬ ਦੀ ਯਾਦ ਵਿੱਚ ਜਿਉਂਦੇ ਹਾਂ, ਰੱਬ ਦੇ ਭੈ ਵਿੱਚ ਜੀਵਨ ਚੱਲਦਾ ਹੈ, ਸ਼ੁਕਰਾਨੇ ਵਿੱਚ ਜੀਵਨ ਜਿਉਂਦੇ ਹਾਂ, ਗੁਰੂ ਦੇ ਉਪਦੇਸ਼ਾਂ ਨੂੰ ਸਮਝਦੇ ਹਾਂ, ਸੁਣਦੇ ਹਾਂ, ਜ਼ਿੰਦਗੀ 'ਤੇ ਲਾਗੂ ਕਰਨ ਦਾ ਯਤਨ ਕਰਦੇ ਹਾਂ ਨਾ, ਅੰਦਰ ਚੰਗੇ ਚੰਗੇ ਸੰਸਕਾਰ, ਚੰਗੇ ਚੰਗੇ ਵਿਚਾਰ, ਚੰਗੀਆਂ ਭਾਵਨਾਵਾਂ ਇਕੱਤਰ ਹੁੰਦੀਆਂ ਨੇ। ਸਤਿਗੁਰੂ ਜੀ ਕਹਿੰਦੇ ਐਸੀ ਸੰਚ ਜੋ ਬਿਨ ਸਤ ਨਾਹੀਂ। ਇਹ ਤੇਰੇ ਅੰਦਰ ਜਿਹੜੀ ਪੂੰਜੀ ਹੈ ਨਾ, ਉਹ ਆਪਣੇ ਅੰਦਰ ਇਕੱਠੀ ਕਰ। ਜਦੋਂ ਕੋਈ ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਂਦਾ ਹੈ, ਇੱਕ ਹੁੰਦਾ ਹੈ ਨਾਮ ਦਾ ਅਭਿਆਸ। ਕੌਣ ਕਿਵੇਂ ਕਰਦਾ ਹੈ, ਇਹ ਪਰਸਨਲ ਮੈਟਰ ਹੈ। ਇਹ ਇੱਕ ਦੂਸਰੇ ਦੇ ਨਾਲ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਕਿ ਤੂੰ ਇੱਦਾਂ ਨਾ ਕਰ, ਇੱਦਾਂ ਕਰ। ਇਹ ਹਰ ਇੱਕ ਦਾ ਆਪਣਾ ਆਪਣਾ ਹੈ, ਜੈਸੀ ਕਿਸੇ ਦੀ ਸੋਝੀ ਹੈ। ਇਹ ਅਭਿਆਸ ਹੈ। ਇਸ ਲਈ ਇਹ ਜ਼ਿੰਦਗੀ ਜਿਉਣੀ ਹੈ ਵਾਹਿਗੁਰੂ ਜੀ ਦੀ ਯਾਦ ਵਿੱਚ। ਜ਼ਿੰਦਗੀ ਜਿਉਣੀ ਹੈ ਰੱਬ ਦੇ ਭੈ ਵਿੱਚ। ਜ਼ਿੰਦਗੀ ਜਿਉਣੀ ਹੈ ਰੱਬੀ ਗਿਆਨ ਦੇ ਉਪਦੇਸ਼ ਦੇ ਦਾਇਰੇ ਵਿੱਚ ਰਹਿ ਕੇ, ਉਪਦੇਸ਼ ਅਨੁਸਾਰ। ਰੱਬੀ ਉਪਦੇਸ਼ ਗੁਰੂ ਦੀਆਂ ਸਿੱਖਿਆਵਾਂ ਨੇ, ਇਹਨੂੰ ਸੋਚ ਸੁਭਾਅ 'ਤੇ ਲਾਗੂ ਕਰਨਾ ਹੈ। ਉਹ ਜਿਉਂ-ਜਿਉਂ ਅਸੀਂ ਇਸ ਪਾਸੇ ਸੋਚਾਂਗੇ, ਵਿਚਾਰਾਂਗੇ, ਸੁਣਾਂਗੇ, ਅੰਦਰ ਜਜ਼ਬਾ ਵੀ ਬਣਦਾ ਹੈ, ਅੰਦਰ ਭਾਵਨਾ ਬਣਦੀ ਹੈ, ਅੰਦਰ ਸੋਚ ਬਣਦੀ ਹੈ, ਅੰਦਰ ਇੱਕ ਆਦਤ ਬਣਦੀ ਹੈ, ਇਸ ਪਾਸੇ ਤੁਰਨ ਦੀ ਰੂਟੀਨ ਬਣਦਾ ਹੈ, ਇੱਕ ਰਸ ਆਉਂਦਾ ਹੈ। ਇਹ ਸਭ ਕੁਛ ਐਸੀ ਸੰਚ, ਐਸੀ ਪੂੰਜੀ ਨੂੰ ਆਪਣੇ ਅੰਦਰ ਸੰਚ ਇਕੱਠੀ ਕਰ। ਇਹ ਵਿਨਸਣ ਵਾਲੀ ਨਹੀਂ। ਜਦੋਂ ਰੱਬ ਦੀ ਯਾਦ ਵਿੱਚ ਜਿਉਂਦੇ ਆ ਨਾ, ਵਿਸ਼ਵਾਸ ਵੱਧਦਾ, ਬੰਦਾ ਅੰਦਰੋਂ ਮਜ਼ਬੂਤ ਹੁੰਦਾ ਹੈ। ਵਾਹਿਗੁਰੂ ਜੀ ਦੇ ਭੈ ਵਿੱਚ ਜਿਉਂਦੇ ਆ, ਅੰਦਰੋਂ ਸੁਚੇਤ ਹੁੰਦਾ ਹੈ। ਜਦੋਂ ਉਹਦੇ ਸ਼ੁਕਰਾਨੇ ਵਿੱਚ ਜਿਉਂਦੇ ਆ, ਅੰਦਰ ਸੰਤੁਸ਼ਟ ਹੁੰਦਾ ਹੈ, ਸੈਟਿਸਫੈਕਸ਼ਨ ਹੁੰਦੀ ਹੈ, ਅੰਦਰ ਇੱਕ ਸੰਤੁਸ਼ਟੀ, ਆਨੰਦ ਹੁੰਦਾ ਹੈ। ਇਹਨਾਂ ਗੱਲਾਂ ਨੂੰ ਸਮਝਣਾ ਹੈ। ਗੁਰੂ ਦੇ ਉਪਦੇਸ਼ ਨੂੰ ਜਦੋਂ ਅਸੀਂ ਸਮਝਣ ਦਾ ਯਤਨ ਕਰਦੇ ਹਾਂ, ਅੰਦਰ ਸਿੱਖਣ ਦੀ ਭਾਵਨਾ ਹੁੰਦੀ ਹੈ। ਜਿਉਂ-ਜਿਉਂ ਸਮਝ ਆਉਂਦੀ ਹੈ, ਇੱਕ ਸੰਤੁਸ਼ਟੀ ਆਉਂਦੀ ਹੈ, ਅੰਦਰ ਇੱਕ ਥਾਟ ਪ੍ਰੋਸੈਸ ਚੱਲਦਾ ਹੈ। ਇਹ ਸਾਰਾ ਕੁਝ ਅੰਦਰ ਪੂੰਜੀ ਸੰਚੀ ਜਾ ਰਹੀ ਹੈ, ਸਿੰਜਿਆ ਜਾ ਰਿਹਾ ਤੇਰੇ ਅੰਦਰ ਹਿਰਦੇ ਦਾ ਖੇਤ। ਇਹ ਵਿਨਸਣ ਵਾਲਾ ਨਹੀਂ। ਇਹ ਜ਼ਿੰਦਗੀ ਦੇ ਹਰ ਹਾਲਾਤ ਤੇ, ਹਰ ਮੋੜ ਤੇ ਇਹਨੇ ਮਦਦਗਾਰ ਬਣਨਾ। ਆਖੋ ਵਾਹਿਗੁਰੂ।
ਪਤ ਸੇਤੀ ਆਪਣੇ ਘਰ ਜਾਹੀ। ਇਹ ਜੀਵਨ ਜਿਉਣਾ ਹੈ ਬਖਸ਼ਿਸ਼ ਵਾਲਾ, ਤੇ ਬਖਸ਼ਿਸ਼ ਰਾਹੀਂ ਜ਼ਿੰਦਗੀ ਦੀ ਬਾਜੀ ਜਿੱਤ ਕੇ ਇਸ ਸੰਸਾਰ ਤੋਂ ਚਲੇ ਜਾਣਾ। ਆਖੋ ਵਾਹਿਗੁਰੂ। ਸਾਧ ਸੰਗ ਕਲ ਕੀਰਤਨ ਗਾਇਆ, ਗੁਰੂ ਦੀ ਸੰਗਤ। ਮਨ ਨੂੰ ਗੁਰੂ ਦੇ ਉਪਦੇਸ਼ ਚੰਗੇ ਲੱਗਣ, ਇਹ ਗੁਰੂ ਦੀ ਸੰਗਤ ਹੈ। ਮਨ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਮੰਨਣ ਤੁਰ ਪਵੇ, ਇਹ ਗੁਰੂ ਦੀ ਸੰਗਤ ਹੈ। ਸਾਡੇ ਅੰਦਰ ਜੋ ਮਾਹੌਲ ਹੈ, ਉਹ ਮਾਹੌਲ ਵਿੱਚ ਜਦੋਂ ਮਨਮੁਖਤਾਈ ਮਨਮਤ ਦਾ ਦ੍ਰਿਸ਼ਟੀਕੋਣ ਅੰਦਰ ਪੈਦਾ ਹੁੰਦਾ ਹੈ ਨਾ, ਉਹ ਕਲਯੁਗ ਹੈ। ਇਸ ਜੀਵਨ ਵਿੱਚ, ਜਿਸ ਜੀਵਨ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਪ੍ਰਭਾਵ ਮਨ ਤੇ ਬਣਿਆ ਰਹਿੰਦਾ ਹੈ, ਚਿੰਤਾ, ਤੌਖਲੇ, ਕ੍ਰੋਧ, ਲੋਭ, ਹੰਕਾਰ ਆਦਿਕ, ਇਹ ਕਲਯੁਗ ਸਿਚੁਏਸ਼ਨ ਹੈ ਅੰਦਰ। ਇਹਦੇ ਲਈ ਗੁਰੂ ਦਾ ਸੰਗ ਕਰਨਾ ਹੈ ਤੇ ਗੁਰੂ ਦੀ, ਰੱਬ ਦੀ ਸਿਫਤ ਸਲਾਘਾ, ਕੀਰਤਨ, ਸਿਫਤ ਸਲਾਘਾ, ਰੱਬ ਦੇ ਗੁਣਾਂ ਦੀ ਡਿਸਕਸ਼ਨ, ਰੱਬੀ ਉਪਦੇਸ਼ਾਂ ਦੀ ਡਿਸਕਸ਼ਨ, ਰੱਬੀ ਨਿਜ਼ਮ ਦੀ ਡਿਸਕਸ਼ਨ, ਜਿਹਨੂੰ ਅਸੀਂ ਆਪਣਾ ਗੁਰੂ ਕਾ ਵਿਰਸਾ ਕਹਿੰਦੇ ਹਾਂ। ਉਹ ਹਰ ਵੇਲੇ ਉਹ ਡਿਸਕਸ਼ਨ ਕਰਨੀ ਹੈ, ਗੁਣਾਂ ਵਾਲਾ ਜੀਵਨ ਜਿਉਣਾ ਹੈ, ਗੁਣਾਂ ਨਾਲ ਪਰਉਪਕਾਰ ਕਰਨਾ ਹੈ, ਆਪ ਪ੍ਰੇਰਿਤ ਹੋਣਾ ਹੈ, ਹੋਰਾਂ ਨੂੰ ਵੰਡਣਾ ਹੈ। ਇਹ ਹੈ ਸਾਧ ਸੰਗ ਕਲ ਕੀਰਤਨ ਗਾਇਆ, ਹਰ ਵੇਲੇ, ਹਰ ਛਿਨ, ਹਰ ਪਲ। ਜੋ ਕਥਾ ਕੀਰਤਨ ਹੈ, ਉਹ ਸਾਡੇ ਲਈ ਰੂਹਾਨੀ ਖੁਰਾਕ ਹੈ। ਉਹਦੇ ਨਾਲ ਅੰਦਰ ਹੌਸਲਾ ਬਣਦਾ ਹੈ, ਔਰ ਉਹ ਇੱਕ ਅੰਦਰ ਰਸ ਇਕੱਤਰ ਹੁੰਦਾ ਹੈ, ਇੱਕ ਸੇਧ ਮਿਲਦੀ ਹੈ ਜੀਵਨ ਜਿਉਣ ਦੀ। ਆਖੋ ਵਾਹਿਗੁਰੂ। ਨਾਨਕ ਤੇ ਬਹੁਰ ਨਾ ਆਇਆ। ਇਹ ਨਾਨਕ ਜੀ, ਫਿਰ ਇਹ ਮਨ ਬਾਰ-ਬਾਰ ਬੁਰੀਆਂ ਆਦਤਾਂ ਵਿੱਚ ਨਹੀਂ ਜਾਂਦਾ, ਇਹ ਭਟਕਣਾ ਵਿੱਚ ਨਹੀਂ ਜਾਂਦਾ। ਇਹਨੂੰ ਜ਼ਿੰਦਗੀ ਦਾ ਇੱਕ ਮਾਰਗ ਮਿਲ ਜਾਂਦਾ, ਉਸ ਮਾਰਗ ਤੇ ਤੁਰਿਆ ਰਹਿੰਦਾ। ਆਖੋ ਸ਼ਲੋਕ ਅਗਲੀ 16ਵੀਂ ਪੌੜੀ ਦੇ ਨਾਲ ਇਹ ਸ਼ਲੋਕ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਅਗਰ ਕੋਈ ਮਨੁੱਖ ਦੁਨੀਆ ਤੇ ਬਹੁਤ ਸੋਹਣਾ ਹੈ, ਉਹਦੀ ਕੁੱਲ ਵੀ ਉੱਚੀ ਮੰਨੀ ਜਾ ਰਹੀ ਹੈ, ਉੱਚੀ ਕੁੱਲ ਦਾ, ਕੁਲੀਨ, ਚਤੁਰ ਹੈ, ਸਿਆਣਾ ਬਹੁਤ ਹੈ, ਮੁਖ ਗਿਆਨੀ, ਹਾਜ਼ਰ ਜਵਾਬੀ ਬਹੁਤ ਹੈ, ਜੋ ਪੁੱਛੋ ਜਵਾਬ ਦਿੰਦਾ ਹੈ, ਗਿਆਨ ਵੀ ਹੈ, ਧਨਵੰਤ, ਅਮੀਰ ਵੀ ਹੈ। ਪਰ ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਪਰ ਅੰਦਰੋਂ ਰੱਬ ਦੇ ਨਾਲ ਗੂੜੀ ਪ੍ਰੀਤ ਨਹੀਂ, ਉਹਦਾ ਸੁਭਾਅ ਰੱਬੀ ਉਪਦੇਸ਼ ਅਨੁਸਾਰ ਨਹੀਂ, ਸੋਚ ਰੱਬ ਦੇ ਨਿਯਮਾਂ ਅਨੁਸਾਰ ਨਹੀਂ ਹੈ, ਸੋਚ ਸੁਭਾਅ ਰੱਬ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਉਲਟ ਹੈ। ਗੁਰੂ ਦੇ ਨਾਲ, ਗੁਰੂ ਦੇ ਉਪਦੇਸ਼ ਮੰਨਣ ਦੀ ਪ੍ਰੀਤ ਨਹੀਂ। ਨਾਨਕ ਜੀ, ਉਹ ਅੰਦਰੋਂ ਆਤਮਿਕ ਮੌਤ ਤੇ ਮਰਿਆ ਹੋਇਆ ਹੈ, ਉਹਨੂੰ ਮਿਰਤਕ ਕਹਿਣਾ ਚਾਹੀਦਾ। ਆਖੋ ਵਾਹਿਗੁਰੂ। ਪੌੜੀ ਗੰਗਾ ਖਟ ਸ਼ਾਸਤਰ ਹੋਈਆਂ ਤਾਂ। ਅਗਰ ਕੋਈ 6 ਸ਼ਸਤਰਾਂ ਦਾ ਵਿਦਵਾਨ ਹੋਵੇ, ਗਿਆਤਾ ਹੋਵੇ, ਗੰਗਾ ਅੱਖਰ, ਕਿਉਂਕਿ 52 ਅੱਖਰ ਹੀ ਹੈ, ਇੱਕ ਇੱਕ ਅੱਖਰ ਦੇ ਕੇ ਉਹਦੇ ਨਾਲ ਉਪਦੇਸ਼ ਦੇ ਜਾ ਰਹੇ ਨੇ। ਕੋਈ 6 ਸ਼ਾਸਤਰਾਂ ਦਾ ਭਾਵ ਧਾਰਮਿਕ ਗ੍ਰੰਥਾਂ ਦਾ ਗਿਆਤਾ ਵੀ ਹੈ। ਪੂਰਕ, ਕੁੰਭਕ, ਰੇਚਕ, ਕਰਮਾਤਾ, ਇਹ ਜੋਗੀਆਂ ਦੀ ਪ੍ਰਕਿਰਿਆ। ਪੂਰਕ, ਕੁੰਭਕ, ਰੇਚਕ। ਪਹਿਲਾਂ ਤਾਂ ਨੱਕ ਵਾਲੀ ਜਿਹੜੀ ਨਾਲੀ ਹੈ, ਇਸ ਨੂੰ, ਇਹਦੇ ਵਿੱਚ ਸੌਫਟ ਜਾਂ ਧਾਗਾ ਪਾ ਕੇ ਇਹਨੂੰ ਸਾਫ਼ ਕਰਨਾ, ਫਿਰ ਮੂੰਹ ਦੇ ਵਿੱਚ ਕੱਪੜਾ ਅੰਦਰ ਕਰ ਲੈਣਾ, ਫਿਰ ਬਾਹਰ ਕੱਢਣਾ, ਇਸ ਨਾੜੀ ਨੂੰ ਰੇਸ਼ੇ ਤੋਂ ਰਹਿਤ ਕਰਨਾ, ਫਿਰ ਸਾਧਨਾ ਕਰਕੇ ਸਵਾਸ ਸਲੋ ਕਰਨੇ, ਫਿਰ ਸਵਾਸ ਰੋਕ ਲੈਣੇ, ਫਿਰ ਦੁਬਾਰਾ ਸਵਾਸ ਚਲਾ ਲੈਣੇ, ਜਿਹਨੂੰ ਸਵਾਸ ਚੜਾਉਣੇ ਤੇ ਉਤਾਰਨੇ ਕਹਿੰਦੇ ਆ। ਇਹ ਪ੍ਰਕਿਰਿਆਵਾਂ ਜੋਗੀ ਦੀਆਂ ਪੂਰਕ, ਕੁੰਭਕ, ਰੇਚਕ ਸੀ। ਇਹ ਗੱਲ ਯਾਦ ਰੱਖਿਓ।
ਬਹੁਤ ਸਾਰੇ ਥਾਵਾਂ ਤੇ ਦੂਸਰੇ ਮਤਾਂ ਦੀਆਂ ਕੇਵਲ ਉਦਾਹਰਨਾਂ ਦਿੱਤੀਆਂ ਨੇ ਤੇ ਉਹਨਾਂ ਉਦਾਹਰਨਾਂ ਨੂੰ ਦੇ ਕੇ ਸਤਿਗੁਰੂ ਜੀ ਗੁਰਮਤਿ ਦੀ ਗੱਲ ਨਿਖਾਰਦੇ ਨੇ। ਕਹਿੰਦੇ ਕੋਈ ਉਸ ਤਰ੍ਹਾਂ ਦੇ ਜਿਹੜੀ ਪ੍ਰਕਿਰਿਆ ਵੀ ਕਰਦਾ ਹੋਵੇ, ਜੋਗ ਮਤ ਵਾਲੀ, ਪੂਰਕ, ਕੁੰਭਕ, ਰੇਚਕ ਵਾਲੀ, ਕਰਮਾਤਾ ਤੇ ਉਹ ਕਰਾਮਾਤਾ ਨਾਲ ਵੀ ਲੋਕਾਂ ਨੂੰ ਭਰਮਾ ਰਿਹਾ ਹੋਵੇ। ਇਸ ਤਰ੍ਹਾਂ ਦੀ ਪੂਰਕ, ਕੁੰਭਕ, ਰੇਚਕ, ਕਰਮਾਤਾ ਇਹ ਕਰਮ ਵੀ ਕਰਦਾ ਹੋਵੇ ਪੂਰਕ, ਕੁੰਭਕ, ਰੇਚਕ ਵਾਲੇ। ਗਿਆਨ, ਧਿਆਨ, ਤੀਰਥ, ਇਸ਼ਨਾਨੀ, ਗਿਆਨ ਉਹਦੇ ਕੋਲੇ ਨੌਲੇਜ ਬਹੁਤ ਹੋਵੇ ਧਰਮ ਬਾਰੇ, ਧਿਆਨੀ ਸਮਾਧੀ ਵੀ ਲਾਉਂਦਾ ਹੋਵੇ, ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੋਵੇ। ਸੋਮ ਪਾਕ ਅਪਰਸ ਉਦਿਆਨੀ, ਸੋਮ ਪਾਕ ਆਪਣੇ ਹੱਥ ਦੀ ਬਣਾਈ ਰਸੋਈ ਦੇ ਵਿੱਚੋਂ ਹੀ ਖਾਂਦਾ ਹੋਵੇ, ਕਿਸੇ ਦੂਸਰੇ ਦਾ ਹੱਥ ਨਹੀਂ ਲੱਗਣ ਦਿੰਦਾ। ਅਪਰਸ਼ ਵੀ ਮੈਂ ਸੁੱਚਾ ਕਿਸੇ ਦੇ ਹੱਥ ਦਾ ਨਹੀਂ ਖਾਣਾ। ਉਦਿਆਨੀ ਜੰਗਲਾਂ ਦੇ ਵਿੱਚ ਰਹਿੰਦਾ ਹੈ, ਧਰਮੀ ਅਖਬਾਰੇ ਹੈ, ਪਰ ਰਾਮ ਨਾਮ ਸੰਗ ਮਨ ਨਹੀਂ ਲੇਤਾ, ਇਸ ਨੂੰ ਸਮਝੋ ਇੱਥੇ ਨਾਮ ਕੀ ਹੈ। ਰੱਬੀ ਉਪਦੇਸ਼ ਦੇ ਮਨ ਉਲਟ ਹੈ, ਆਖੋ ਸੁਭਾਉ ਰੱਬੀ ਉਪਦੇਸ਼ਾਂ ਦੇ ਉਲਟ ਹੈ, ਸੋਚ ਉਲਟ ਹੈ, ਉਹਦਾ ਹੇਤ ਗੂੜੀ ਸਾਂਝ ਨਹੀਂ ਪਈ ਗਿਆਨ ਰੂਪੀ ਨਾਮ ਦੇ ਨਾਲ, ਉਪਦੇਸ਼ ਦੇ ਨਾਲ। ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ। ਅਗਰ ਧਾਰਮਿਕ ਗ੍ਰੰਥਾਂ ਦਾ ਗਿਆਤਾ ਕੋਈ ਹੈ, ਉਹ ਧਰਮ ਦੀ ਮਰਿਆਦਾ ਨਿਭਾ ਰਿਹਾ ਹੈ, ਧਰਮ ਦੇ ਕਰਮ ਕਰ ਰਿਹਾ ਹੈ, ਸੁਚਮਤਾ ਵਾਲਾ ਕਨਸੈਪਟ ਆਪਣੀ ਜ਼ਿੰਦਗੀ 'ਚ ਅਪਣਾਈ ਬੈਠਾ ਹੈ, ਪਰ ਸੁਭਾਅ ਗੁਰੂ ਦੇ ਉਪਦੇਸ਼ਾਂ ਦੇ ਉਲਟ ਹੈ। ਗੁਰੂ ਸਾਹਿਬ ਕਹਿੰਦੇ ਨੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਇਹ ਨਿੰਦਾ ਬਹੁਤ ਕਰਦਾ ਹੈ, ਇਹ ਨਿੰਦਾ ਬਹੁਤ ਸੁਣਦਾ ਹੈ, ਅੰਦਰੋਂ ਨਫ਼ਰਤ ਕਰਦਾ ਹੈ, ਵੈਰ ਵਿਰੋਧ ਧੜੇਬੰਦੀਆਂ ਵਿੱਚ ਜਿਉਂਦਾ ਹੈ, ਦੂਸਰੇ ਧੜੇ ਨੂੰ, ਦੂਸਰੇ ਜਥੇਬੰਦੀ ਨੂੰ, ਦੂਸਰੀ ਸੰਸਥਾ ਨੂੰ ਨੀਵਾਂ ਮੰਨਦਾ ਹੈ, ਉਲਟ ਜਿਉਂ ਰਿਹਾ। ਇਹਦਾ ਮਤਲਬ ਵਾਹਿਗੁਰੂ ਜੀ ਦਾ ਜੋ ਗਿਆਨ ਰੂਪੀ ਨਾਮ ਹੈ, ਉਪਦੇਸ਼, ਰੱਬੀ ਉਪਦੇਸ਼, ਸੱਚਾ ਗਿਆਨ, ਉਹਦੇ ਨਾਲ ਕੋਈ ਗੂੜੀ ਸਾਂਝ ਨਹੀਂ ਪਈ, ਆਖੋ ਵਾਹਿਗੁਰੂ। ਜੋ ਕਿਛ ਕੀਨੋ ਸਊ ਅਨੇਤਾ, ਸੁਭਾਅ ਕਰਕੇ ਜੋ ਕਰ ਰਿਹਾ ਉਲਟ ਕਰ ਰਿਹਾ, ਸੋਚ ਬਿਲਕੁਲ ਹੀ ਉਲਟ ਹੈ ਰੱਬੀ ਉਪਦੇਸ਼ਾਂ ਦੇ। ਕੁਆ ਤੇ ਉੱਤਮ ਗਨੋ ਚੰਡਾਲਾ, ਸਤਿਗੁਰੂ ਕਹਿੰਦੇ ਇਹਦੇ ਨਾਲੋਂ ਤਾਂ ਜਿਨ੍ਹਾਂ ਨੂੰ ਭਾਈ ਤੁਸੀਂ ਚੰਡਾਲ ਕਹਿੰਦੇ ਪਏ ਹੋ, ਨੀਵੀਂ ਜਾਤੀ ਦਾ ਕਹਿੰਦੇ ਪਏ ਹੋ, ਤੁਹਾਡੇ ਤੋਂ ਤਾਂ ਉਹ ਉੱਤਮ ਨੇ, ਕਿਉਂਕਿ ਧਰਮ ਦੇ ਵਿੱਚ ਰਸਤੇ ਤੇ ਤੁਰਨ ਦੇ ਅਸਲੀ ਮਕਸਦ ਸੀ ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ, ਸੋਚ ਸੁਭਾਅ ਨੂੰ ਸ਼ਿੰਗਾਰਨਾ, ਸੰਵਾਰਨਾ। ਨਾਨਕ ਜਿਹ ਮਨ ਵਸੈ ਗੋਪਾਲਾ, ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਦਾ ਕਹਿੰਦੇ ਪਏ ਹੋ, ਚੰਡਾਲ ਕਹਿੰਦੇ ਪਏ ਹੋ, ਜੇ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਜੀ ਵਸੇ ਹੋਏ ਨੇ, ਭਾਵ ਉਹ ਰੱਬੀ ਉਪਦੇਸ਼ਾਂ ਵਾਲਾ, ਚੰਗਾ ਸੁਭਾਅ, ਨਿਮਰਤਾ ਵਾਲਾ, ਸਹਿਨਸ਼ੀਲਤਾ, ਸਬਰ, ਸੰਤੋਖ ਵਾਲਾ ਹੈ, ਉਹਨਾਂ ਦੀ ਸੋਚ ਜਿਹੜੀ ਹੈ ਰੱਬੀ ਨਿਯਮਾਂ ਦੇ ਦਾਇਰੇ ਵਿੱਚ ਹੈ, ਉਸ ਧਰਮੀ ਨਾਲੋਂ ਕਿਤੇ ਉੱਤਮ ਨੇ, ਜਿਹੜੇ ਧਰਮੀ ਦਾ ਸੁਭਾਅ ਤੇ ਸੋਚ ਰੱਬੀ ਉਪਦੇਸ਼ ਦੇ ਉਲਟ ਹੈ, ਆਖੋ ਵਾਹਿਗੁਰੂ। ਸ਼ਲੋਕ ਕੁੰਟ ਚਾਰ ਦੈ ਦਿਸ ਭ੍ਰਮੇ, ਕਰਮ ਕਿਰਤ ਕੀ ਰੇਖ। ਇਹ ਜਿਹੜਾ ਮਨ ਹੈ ਨਾ, ਸਾਰੇ ਪਾਸੇ ਭੱਜਦਾ ਹੈ, ਕਿਉਂਕਿ ਤ੍ਰਿਸ਼ਨਾ ਵਿੱਚ ਹੈ, ਲੋਭ ਵਿੱਚ ਹੈ। ਮਤ ਜਿਹੜੀ ਹੈ ਉਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ, ਤੇ ਫਿਰ ਮਨ ਤੇ ਮਤ ਜਿੰਨੇ ਕਰਮ ਕਰਦੇ ਨੇ ਨਾ, ਉਹ ਕਰਮਾਂ ਅਨੁਸਾਰ ਇਹਦੇ ਅੰਦਰ ਸੋਚ ਸੁਭਾਅ, ਇਹਦੀ ਆਈਡੀਓਲੋਜੀ ਬਣੀ, ਇਹਦੇ ਅੰਦਰ ਲਿਖੇ ਗਏ ਨੇ। ਸੁਖ ਦੁਖ ਮੁਕਤ ਜੋਨ, ਨਾਨਕ ਲਿਖਿਓ ਲੇਖ। ਅੰਦਰ ਇਹਦੇ ਸੋਚ ਉਸ ਤਰ੍ਹਾਂ ਦੀ ਲਿਖੀ ਗਈ, ਸੁਭਾਅ ਉਸ ਤਰ੍ਹਾਂ ਦਾ ਲਿਖਿਆ ਗਿਆ, ਇਹਦੇ ਅੰਦਰ ਸੰਸਕਾਰ ਉਸ ਤਰ੍ਹਾਂ ਦੇ ਲਿਖੇ ਗਏ। ਇਹ ਦੁੱਖਾਂ ਸੁੱਖਾਂ ਦੇ ਵਿੱਚ ਮਨ ਕਰਕੇ ਪਸ਼ੂ ਪ੍ਰਵਿਰਤੀਆਂ ਵਾਲੀਆਂ ਉਸ ਸੁਭਾਅ ਵਾਲੀ ਜੂਨੀ ਵਿੱਚ ਜਾਂਦਾ ਹੈ ਮਨ। ਇਹ ਮਨ ਨੂੰ ਮੁਕਤੀ ਦਾ ਨਹੀਂ ਪਤਾ, ਕਿਉਂਕਿ ਜ਼ਿੰਦਗੀ ਦੇ ਕਰਮਾਂ ਦੀ ਖੇਡ ਦੇ ਵਿੱਚ ਸੁੱਖ ਤੇ ਦੁੱਖ ਅੰਦਰੋਂ ਜੂਨੀਆਂ, ਮਨ ਜੂਨੀਆਂ ਵਿੱਚ ਜਾਣਾ ਤੇ ਉਹਨਾਂ ਆਦਤਾਂ ਤੋਂ ਮੁਕਤ ਹੋਣਾ,
ਇਹ ਅਸਲੀ ਖੇਡ ਹੈ ਜਿਸ ਨੂੰ ਉਹ ਸਮਝ ਨਹੀਂ ਸਕਿਆ। ਆਖੋ ਵਾਹਿਗੁਰੂ। ਇਹ ਸਾਡੇ ਨਾਲ ਨਿਯਮ ਲਿਖਿਆ ਹੋਇਆ ਵਾਹਿਗੁਰੂ ਜੀ ਦਾ। ਮਨ ਜਿੱਧਰ ਵੀ ਚਾਰ ਦਿਸ਼ਾਵਾਂ ਵਿੱਚ ਭੱਜਦਾ ਹੈ ਨਾ, ਮਨ ਅੱਖਾਂ ਰਾਹੀਂ ਦੇਖਦਾ, ਕਿਸ ਭਾਵਨਾ ਨਾਲ ਦੇਖਦਾ ਹੈ। ਮਨ ਕੰਨਾਂ ਰਾਹੀਂ ਸੁਣਦਾ, ਕਿਹੜੀ ਭਾਵਨਾ ਨਾਲ ਸੁਣ ਰਿਹਾ। ਮਨ ਜ਼ੁਬਾਨ ਰਾਹੀਂ ਬੋਲ ਰਿਹਾ, ਭਾਵਨਾ ਕਿਹੜੀ ਬੋਲ ਰਿਹਾ, ਭਾਵਨਾ ਕਿਹੜੀ ਹੈ। ਕੋਈ ਕਿਸੇ ਨੂੰ ਮਿੱਠਾ ਬੋਲ ਰਿਹਾ, ਆਪਣਾ ਮਕਸਦ ਲੈਣ ਵਾਸਤੇ ਚਾਪਲੂਸੀ ਕਰ ਰਿਹਾ। ਇਹਦਾ ਮਤਲਬ ਭਾਵਨਾ ਮੈਲੀ ਹੈ, ਬੋਲ ਕਿਸੇ ਮਾਇਨੇ ਨਹੀਂ। ਇਸ ਲਈ ਮਨ ਜਿਸ ਤਰ੍ਹਾਂ ਦੀ ਭਾਵਨਾ ਦੇ ਕਰਮ ਕਰਦਾ ਹੈ ਨਾ, ਉਸ ਤਰ੍ਹਾਂ ਦੀ ਇਹਦੇ ਅੰਦਰ ਸੋਚ ਸੁਭਾਅ ਦਾ ਲੇਖ ਲਿਖਿਆ ਜਾਂਦਾ ਹੈ। ਇੱਕ ਪਾਸੇ ਆਤਮਿਕ ਸੁੱਖ ਹੈ, ਇੱਕ ਪਾਸੇ ਮਨਮੁਖਤਾਈ ਦਾ ਜੀਵਨ ਵਾਲਾ ਦੁੱਖ ਹੈ। ਇੱਕ ਪਾਸੇ ਦੁਨੀਆ ਦੇ ਦੁੱਖ ਨੇ, ਇੱਕ ਪਾਸੇ ਦੁਨੀਆ ਦੇ ਸੁੱਖ ਨੇ। ਇੱਕ ਜ਼ਿੰਦਗੀ ਦਾ ਹਿੱਸਾ ਹੈ ਮਨ ਜੂਨੀਆਂ ਭੋਗਦਾ, ਭਾਵ ਪਸ਼ੂ ਪ੍ਰਵਿਰਤੀਆਂ ਵਿੱਚ ਜਿਉਂਦਾ, ਜਾਨਵਰ ਪ੍ਰਵਿਰਤੀਆਂ ਵਿੱਚ, ਕੋਈ ਦੀਆਂ ਆਦਤਾਂ ਵਿੱਚ ਜਿਉਂਦਾ। ਸਰੀਰ ਮਨੁੱਖ ਦਾ ਹੈ, ਕਰਮ ਪਸ਼ੂਆਂ ਵਾਲੇ। ਇੱਕ ਕਨਸੈਪਟ ਹੈ ਉਹਨਾਂ ਆਦਤਾਂ ਤੋਂ ਮੁਕਤ ਹੋਣਾ। ਜੇ ਤਾਂ ਇਸ ਚੀਜ਼ ਨੂੰ ਸਮਝ ਗਿਆ ਤਾਂ ਜੀਵਨ ਸੰਵਾਰ ਜਾਏਗਾ। ਤੇ ਸਮਝ ਉਦੋਂ ਆਏਗੀ ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਸੋਚ ਤੇ ਸੁਭਾਅ ਨੂੰ ਪੜਚੋਲੇਗਾ। ਪਵੜੀ ਕੱਕਾ ਕਾਰਨ ਕਰਤਾ ਸੋ। ਪੌੜੀ 17ਵੀਂ ਸ਼ੁਰੂ ਹੋ ਰਹੀ ਹੈ। ਕੱਕਾ ਅੱਖਰ ਹੈ 52 ਅੱਖਰੀ ਦੇ ਵਿੱਚੋਂ। ਕੱਕਾ ਅੱਖਰ ਲਿਖ ਕੇ ਉਪਦੇਸ਼ ਦੇ ਰਹੇ ਨੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕਰਤਾ ਪੁਰਖ ਨੇ, ਕ੍ਰੀਏਟਰ ਹੈ। ਕਾਰਨ ਉਹਨਾਂ ਨੇ ਜੋ ਵਾਹਿਗੁਰੂ ਜੀ ਦੇ ਨਿਯਮ ਵਿੱਚ ਪੈਦਾ ਹੋਣਾ ਹੈ, ਉਹਦੇ ਸਬੱਬ ਉਸ ਤਰ੍ਹਾਂ ਦੇ ਬਣ ਜਾਣੇ ਨੇ, ਉਹਦੇ ਚਾਂਸ ਉਸ ਤਰ੍ਹਾਂ ਦੇ ਬਣ ਜਾਣੇ। ਇੱਕ ਬੜਾ ਵੱਡਾ ਸਵਾਲ ਹੈ ਕਿ ਕੀ ਫਿਰ ਰੱਬ ਦੇ ਨਿਯਮ ਵਿੱਚ ਚੱਲਣਾ, ਅਸੀਂ ਕੁਛ ਨਹੀਂ ਕਰਨਾ, ਜਾਂ ਅਸੀਂ ਕਰਨਾ ਫਿਰ ਰੱਬ ਦਾ ਨਿਯਮ ਲਾਗੂ ਹੋਏਗਾ। ਪਿਆਰਿਆ, ਉਦਮ ਤੂੰ ਕਰਨਾ ਹੈ, ਬਖਸ਼ਿਸ਼ ਰੱਬ ਨੇ ਦੇਣੀ ਹੈ। ਤੂੰ ਉਦਮ ਨਹੀਂ ਕਰੇਗਾ, ਅੰਦਰ ਆਲਸ ਆਏਗਾ, ਅੰਦਰ ਲਾਪਰਵਾਹੀ ਹੋਏਗੀ, ਇਗਨੋਰੈਂਸ, ਅੰਦਰ ਤੇਰੇ ਨਾ ਸਮਝੀ ਹੋਏਗੀ। ਰੱਬ ਦੇ ਨਿਯਮ ਨੇ ਇਸ ਜੀਵਨ ਨੂੰ ਹੋਰ ਪਾਸੇ ਖਿੱਚ ਲੈਣਾ, ਭਟਕਣਾ ਵਾਲੇ ਪਾਸੇ। ਤੂੰ ਉਦਮ ਕਰੇਗਾ, ਗੁਰੂ ਤੋਂ ਸਿੱਖੇਗਾ, ਅੰਦਰ ਸੋਝੀ ਆਏਗੀ, ਸੁਚੇਤਾ ਆਏਗੀ, ਤੇ ਰੱਬ ਦੇ ਨਿਯਮ ਨੇ ਤੈਨੂੰ ਬਖਸ਼ਿਸ਼ ਵਾਲੇ ਪਾਸੇ ਲੈ ਜਾਣਾ। ਇਸ ਲਈ ਉਦਮ ਪਹਿਲਾਂ ਤੇਰਾ ਹੈ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਇੱਕ ਛੋਟੀ ਜਿਹੀ ਗਾਥਾ ਦੱਸਿਆ ਕਰਦੇ ਸੀ। ਕੋਈ ਮਨੁੱਖ ਫਕੀਰ ਨੂੰ ਕਹਿੰਦਾ ਹੈ ਕਿ ਕੀ ਸਭ ਕੁਝ ਰੱਬ ਨੇ ਕਰਨਾ ਹੈ ਜਾਂ ਅਸੀਂ ਕਰਨਾ ਹੈ, ਕਿ ਰੱਬ ਦਾ ਨਿਯਮ, ਖੁਦਾ ਦਾ ਨਿਯਮ ਚੱਲਣਾ ਹੈ ਜਾਂ ਸਾਡਾ ਉਦਮ ਚੱਲਣਾ ਹੈ। ਤਾਂ ਉਹ ਫਕੀਰ ਕਹਿਣ ਲੱਗਾ, ਤੂੰ ਆਪਣਾ ਇੱਕ ਪੈਰ ਚੁੱਕ। ਕਹਿੰਦੇ ਕਿਹੜਾ? ਕਹਿੰਦੇ ਜਿਹੜਾ ਮਰਜ਼ੀ ਚੁੱਕ। ਉਹਨੇ ਇੱਕ ਪੈਰ ਉੱਪਰ ਚੁੱਕ ਲਿਆ, ਇੱਕ ਪੈਰ ਤੇ ਖੜ ਗਿਆ। ਕਹਿੰਦੇ ਹੁਣ ਦੂਜਾ ਚੁੱਕ। ਕਹਿੰਦੇ ਨਹੀਂ ਚੁੱਕਿਆ ਜਾਣਾ। ਕਹਿੰਦੇ ਜੇ ਤੂੰ ਚੁੱਕੇਗਾ ਕੀ ਕਰੇਂਗਾ? ਕਹਿੰਦੇ ਡਿੱਗਾਂਗਾ। ਉਹ ਫਕੀਰ ਕਹਿਣ ਲੱਗਾ ਫਿਰ ਇਦਾਂ ਹੀ ਸਮਝ ਲੈ, ਪਹਿਲਾ ਸਟੈਪ ਤੇਰੇ ਵੱਸ ਵਿੱਚ ਹੈ, ਜਿਹੜਾ ਮਰਜ਼ੀ ਚੁੱਕ ਲੈ, ਉਸ ਤੋਂ ਬਾਅਦ ਨਿਯਮ ਸ਼ੁਰੂ ਹੋ ਜਾਣਾ। ਆਖੋ ਵਾਹਿਗੁਰੂ। ਇਸ ਲਈ ਸਾਡੇ ਅੰਦਰ ਜਿਹੜੀ ਭਾਵਨਾ ਹੈ ਉਹ ਪਹਿਲਾ ਸਟੈਪ ਹੈ। ਮਨ ਭਾਵਨਾ ਦੇ ਦਰਵਾਜ਼ੇ ਵਿੱਚੋਂ ਦੀ ਨਿਕਲਦਾ, ਉਹ ਗੁਪਤ ਹੈ, ਅੰਦਰ ਹੈ ਸਾਡੇ, ਉਹ ਨਹੀਂ ਬੁੱਝੀ ਜਾ ਸਕਦੀ। ਬੰਦੇ ਦੀ ਭਾਵਨਾ ਕੀ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ, ਬੁੱਝਿਆ ਨਹੀਂ ਜਾ ਸਕਦਾ। ਕਿ ਜਿਸ ਤਰ੍ਹਾਂ ਦੀ ਭਾਵਨਾ ਹੈ ਉਸ ਤਰ੍ਹਾਂ ਦੇ ਫਿਰ ਕਾਰਨ ਸਬੱਬ ਰੱਬ ਦੇ ਨਿਯਮ ਨੇ ਬਣਾ ਦੇਣੇ। ਇਸ ਲਈ ਉਹ ਕਾਰਨ ਕਰਤਾ ਹੈ। ਲਿਖਿਓ ਲੇਖ ਨ ਮੇਟਤ ਕੋ। ਤੇ ਰੱਬ ਦੇ ਨਿਯਮ ਅਨੁਸਾਰ ਜੋ ਵਾਪਰਦਾ ਹੈ ਨਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਤੇ ਮਨੁੱਖ ਦੇ ਅੰਦਰ ਜੋ ਸੋਚ ਸੁਭਾਅ ਲਿਖੀ ਗਈ ਹੈ, ਉਹਨੂੰ ਗੁਰੂ ਤੋਂ ਬਿਨਾਂ ਕੋਈ ਨਹੀਂ ਮੇਟ ਸਕਦਾ। ਨਹੀਂ ਹੋਤ ਕੋ ਕਛ ਦੋ ਬਾਰਾ, ਨਹੀਂ ਹੋਤ ਕਛ ਦੋ ਬਾਰਾ। ਰੱਬ ਦੇ ਨਿਯਮ ਤੋਂ ਬਾਹਰ, ਨਿਯਮ ਤੋਂ ਪਾਸੇ ਲਾਂਬੇ ਕੁਛ ਨਹੀਂ ਹੋ ਸਕਦਾ। ਆਖੋ ਵਾਹਿਗੁਰੂ। ਕਰਨਾ ਹਾਰ ਨਾ ਭੁੱਲਣ ਹਾਰਾ। ਜੋ ਵੀ ਰੱਬ ਦੇ ਨਿਯਮ ਵਿੱਚ ਵਾਪਰਦਾ ਹੈ ਉਹ ਭੁੱਲਣ ਹਾਰ ਨਹੀਂ ਹੈ। ਇੱਦਾਂ ਨਹੀਂ, ਇੱਦਾਂ ਵਾਪਰਨਾ ਚਾਹੀਦਾ ਹੈ।
ਭਾਵੇਂ ਅਸੀਂ ਆਪਣੀ ਮੱਤ ਅਨੁਸਾਰ ਇਹ ਗੱਲਾਂ ਰੱਬ ਦੇ ਕੋਲ ਰੱਖਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਤਾਂ ਸਾਨੂੰ ਭਾਵਨਾ ਅੰਦਰ ਪੈਦਾ ਹੋ ਜਾਣੀ ਹੀ ਅਰਦਾਸ ਸਿਖਾਇਆ। ਆਖੋ ਵਾਹਿਗੁਰੂ। ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਿਜ਼ਮ ਵਿੱਚ ਕੁਛ ਵੀ ਭੁੱਲਣਹਾਰ ਨਹੀਂ। ਕਾਹੂ ਪੰਥ ਦਿਖਾਰੈ ਆਪੈ, ਕਿਸੇ ਨੂੰ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਬਖਸ਼ਿਸ਼ ਮਿਲਦੀ ਹੈ, ਉਹਨੂੰ ਅਸਲੀ ਮਾਰਗ ਦਿਸ ਜਾਂਦਾ ਹੈ। ਜ਼ਿੰਦਗੀ ਜਿਉਣ ਦਾ ਅਸਲੀ ਲਕਸ਼ ਪਤਾ ਲੱਗ ਜਾਂਦਾ ਹੈ। ਉਹ ਗੁਰੂ ਦੇ ਉਪਦੇਸ਼ ਅਨੁਸਾਰ ਰੱਬ ਦੇ ਲਈ, ਗੁਰੂ ਦੇ ਲਈ ਆਪਾ ਵਾਰਦੇ ਨੇ। ਤੇ ਕੁਝ ਉਹ ਨੇ ਕਾਹੂ ਉਦਿਆਨ ਭ੍ਰਮਤ ਪਛਤਾਪੈ, ਕੁਛ ਉਹ ਨੇ ਜਿਨ੍ਹਾਂ ਦੇ ਅੰਦਰਲੀ ਭਾਵਨਾ ਸੋਚ ਸੁਭਾਅ ਨੂੰ ਸੰਵਾਰਨ ਸ਼ਿੰਗਾਰਨ ਵਾਲੀ ਨਹੀਂ। ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਸੁਭਾਅ ਪਰਫੈਕਟ ਹੈ, ਮੇਰੀ ਸੋਚ ਪਰਫੈਕਟ ਹੈ, ਤੇ ਉਹਨਾਂ ਦੇ ਅੰਦਰ ਸਭ ਕੁਝ ਬੇਤਰਤੀਬਾ ਹੋ ਜਾਂਦਾ, ਬੇਸੰਜਮਾ। ਜਿੱਥੇ ਬੇਤਰਤੀਬਾ ਹੁੰਦਾ, ਤਰਤੀਬ ਕੋਈ ਨਹੀਂ ਹੁੰਦੀ, ਉਹਨੂੰ ਜੰਗਲ ਕਹਿੰਦੇ ਨੇ। ਆਖੋ ਵਾਹਿਗੁਰੂ। ਜਿੱਥੇ ਤਰਤੀਬ ਦਿੱਤੀ ਹੁੰਦੀ ਹੈ, ਸਿਕੁਐਂਸੀ ਹੁੰਦੀ ਹੈ, ਚੁਣ ਚੁਣ ਕੇ ਬੂਟੇ ਲਿਆਂਦੇ, ਚੁਣ ਚੁਣ ਕੇ ਲਾਏ, ਉਹਨਾਂ ਦੀ ਸੰਭਾਲ ਕੀਤੀ, ਉਹ ਬਗੀਚੀ ਹੁੰਦੀ ਹੈ। ਬੂਟੇ ਬਗੀਚੀ 'ਚ ਵੀ ਹੁੰਦੇ ਨੇ, ਬੂਟੇ ਜੰਗਲ 'ਚ ਵੀ ਹੁੰਦੇ ਨੇ। ਫਰਕ ਇਤਨਾ ਹੈ, ਇੱਥੇ ਤਰਤੀਬ ਵਿੱਚ ਹੁੰਦੇ ਨੇ, ਉੱਥੇ ਬੇਤਰਤੀਬੇ ਹੁੰਦੇ ਨੇ। ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਲਕਸ਼ ਮਿਲ ਗਿਆ, ਉਹਨਾਂ ਦੇ ਅੰਦਰ ਵਿਚਾਰ ਇੱਕ ਤਰਤੀਬ ਵਿੱਚ ਹੁੰਦੇ ਨੇ, ਗੁਰੂ ਦੇ ਨਿਯਮਾਂ ਅਨੁਸਾਰ। ਉਹਨਾਂ ਦੇ ਅੰਦਰ ਜਜ਼ਬੇ, ਲਗਨ ਗੁਰੂ ਪਾਤਸ਼ਾਹ ਦੇ ਉਪਦੇਸ਼ ਅਨੁਸਾਰ ਕਿਸੇ ਸੀਕੁਐਂਸੀ 'ਚ ਹੁੰਦੇ ਨੇ। ਤੇ ਅੰਦਰਲੀ ਭਾਵਨਾ, ਜਜ਼ਬਾ, ਲਗਨ ਉਹ ਪਰਉਪਕਾਰ ਦੇ ਲਈ, ਸੇਵਾ ਦੇ ਲਈ ਸੋਚ ਸਮਝ ਕੇ ਵਰਤੇ ਜਾਂਦੇ ਨੇ। ਆਖੋ ਵਾਹਿਗੁਰੂ। ਜਿਹਦੇ ਅੰਦਰ ਬੇਤਰਤੀਬਾ ਹੈ, ਅੰਦਰ ਜੰਗਲ ਹੈ, ਉਹ ਤ੍ਰਿਸ਼ਨਾ, ਲੋਭ ਦੇ ਵਿੱਚ ਸਭ ਕੁਝ ਹੀ ਉਲਝਣ ਤਾਣੀ ਪੈਦਾ ਕਰ ਲੈਂਦਾ ਹੈ। ਜਿਹਦੇ ਅੰਦਰ ਖਿਲਾਰਾ ਪੈ ਗਿਆ, ਉਹਦੇ ਬਾਹਰ ਸਾਰਾ ਕੁਝ ਖਿਲਾਰਾ ਪੈ ਗਿਆ। ਉਹ ਭਰਮ ਵਿੱਚ ਪਛਤਾਉਂਦੇ ਨੇ। ਆਖੋ ਵਾਹਿਗੁਰੂ। ਇੱਕ ਉਹ ਨੇ, ਇਹ ਸਭ ਨਿਜ਼ਮ ਦੀ ਖੇਲ ਹੈ। ਆਪਨ ਖੇਲ ਆਪ ਹੀ ਕੀਨੋ, ਇਹ ਸਭ ਵਾਹਿਗੁਰੂ ਜੀ ਨੇ ਹੀ ਨਿਜ਼ਮ ਬਣਾਇਆ, ਤੇ ਰੱਬ ਦੇ ਨਿਜ਼ਮ ਦਾ ਹੀ ਸਾਰਾ ਖੇਲ ਚੱਲ ਰਿਹਾ। ਜੋ ਜੋ ਦੀਨੋ ਸੋ ਨਾਨਕ ਲੀਨੋ, ਅੰਦਰਲੀਆਂ ਭਾਵਨਾਵਾਂ, ਅੰਦਰਲੇ ਜਜ਼ਬੇ, ਅੰਦਰਲੀ ਲਗਨ, ਅੰਦਰਲੀ ਪ੍ਰੀਤ, ਸੁਭਾਅ ਦਾ ਲੈਵਲ, ਸੋਚ ਦਾ ਲੈਵਲ, ਇਸ ਸਾਰੇ ਕੁਝ ਦੇ ਮੁਤਾਬਕ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਫਿਰ ਦਾਤਾਂ ਮਿਲਦੀਆਂ ਨੇ। ਇਸ ਲਈ ਜੋ ਜੋ ਵਾਹਿਗੁਰੂ ਜੀ ਦਿੰਦੇ ਨੇ, ਉਹੀ ਅਸੀਂ ਲੈ ਰਹੇ ਹਾਂ। ਆਖੋ ਵਾਹਿਗੁਰੂ। ਸ਼ਲੋਕ ਹਾਥ ਖਰਚਤ ਬਿਲਛਤ ਰਹੇ, ਟੂਟ ਨਾ ਜਾਹੇ ਭੰਡਾਰ। ਵਾਹਿਗੁਰੂ ਜੀ ਦੇ ਖਜ਼ਾਨੇ, ਗੁਣਾਂ ਦਾ ਖਜ਼ਾਨਾ, ਸੱਚੇ ਗਿਆਨ ਦਾ ਖਜ਼ਾਨਾ, ਬਖਸ਼ਿਸ਼ਾਂ ਦਾ ਖਜ਼ਾਨਾ ਅਸੀਂ ਮਾਣਦੇ ਹਾਂ। ਉਹ ਖਜ਼ਾਨਾ ਖਰਚਦਿਆਂ ਕਦੀ ਘਟਦਾ ਨਹੀਂ, ਕਦੀ ਮੁੱਕਦਾ ਨਹੀਂ। ਇਹ ਭੰਡਾਰਾ ਕਦੀ ਟੁੱਟ ਨਾ ਜਾਏ ਭੰਡਾਰ, ਇਹ ਭੰਡਾਰਾ ਕਦੀ ਮੁੱਕਣ ਵਾਲਾ ਨਹੀਂ। ਸੱਚ ਇਹ ਹੈ, ਜਿੰਨਾ ਗੁਣਾਂ ਵਾਲਾ ਜੀਵਨ ਜਿਉਂ ਕੇ, ਗੁਣਾਂ ਨੂੰ ਵਰਤ ਕੇ ਪਰਉਪਕਾਰ ਕਰਾਂਗੇ, ਉਤਨੇ ਗੁਣ ਹੋਰ ਵੱਧਦੇ ਜਾਣਗੇ। ਆਖੋ ਵਾਹਿਗੁਰੂ। ਜਿੰਨਾ ਗੁਰੂ ਪਾਤਸ਼ਾਹ ਤੋਂ, ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਸੱਚਾ ਗਿਆਨ ਪ੍ਰਾਪਤ ਕਰਾਂਗੇ, ਉਹ ਜਿੰਨਾ ਗਿਆਨ ਵੰਡਾਂਗੇ, ਉਨਾ ਹੋਰ ਵੱਧਦਾ ਜਾਏਗਾ। ਇਹ ਖਜ਼ਾਨਾ ਖਾਤ ਖਰਚਤ ਬਿਲਛਤ ਰਹੇ, ਟੂਟ ਨਾ ਜਾਏ ਭੰਡਾਰ, ਮੁੱਕਣ ਵਾਲਾ ਨਹੀਂ। ਹਰ ਹਰ ਜਪਤ ਅਨੇਕ ਜਨ, ਨਾਨਕ ਨਾਹਿ ਸ਼ੁਮਾਰ। ਵਾਹਿਗੁਰੂ ਜੀ ਨੂੰ ਜੋ ਜਪਦੇ ਨੇ, ਅਨੇਕ ਜਨ, ਅਣਗਿਣਤ ਨੇ। ਕਦੀ ਮਾਣ ਨਹੀਂ ਕਰਨਾ ਚਾਹੀਦਾ। ਇਹ ਮਨੁੱਖ ਦੀ ਪ੍ਰਵਿਰਤੀ ਹੈ। ਮਨੁੱਖ ਨੂੰ ਲੱਗਦਾ ਜਿਵੇਂ ਜੇ ਮੈਂ ਜਪਦਾ ਨਾ, ਬਸ ਇੱਦਾਂ ਹੀ ਜਪਿਆ ਜਾ ਸਕਦਾ, ਮੇਰੇ ਤੋਂ ਇਲਾਵਾ ਕੋਈ ਹੋਰ ਜਪ ਹੀ ਨਹੀਂ ਰਿਹਾ। ਕੁਛ ਨਹੀਂ ਪਤਾ ਪਿਆਰਿਓ, ਕਿਹਦਾ ਸੁਭਾਅ, ਕਿਹਦੀ ਸੋਚ ਰੱਬ ਦੇ ਨਿਜ਼ਮ ਵਿੱਚ ਹੈ, ਕਿਹਦਾ ਜੀਵਨ ਜਿਉਣਾ ਰੱਬੀ ਨਿਜ਼ਮਾਂ ਦੇ ਦਾਇਰੇ ਵਿੱਚ ਹੈ, ਉਹਦਾ ਜੀਵਨ ਭਗਤੀ ਬਣ ਜਾਂਦਾ ਏ। ਇਸ ਲਈ ਕਦੀ ਆਪਣੇ ਸੁਭਾਅ, ਆਪਣੀ ਸੋਚ ਵਿੱਚੋਂ ਨਹੀਂ ਦੇਖਣਾ। ਇਹ ਤੇ ਰੱਬ ਦਾ ਨਿਜ਼ਮ ਹੈ। ਅਨੇਕਾਂ ਨੇ ਜਿਹੜੇ ਰੱਬੀ ਗਿਆਨ ਦੇ ਖਜ਼ਾਨੇ ਨੂੰ
ਵਰਤਦੇ ਨੇ। ਰੱਬੀ ਉਪਦੇਸ਼ ਅਨੁਸਾਰ ਜ਼ਿੰਦਗੀ ਨੂੰ ਜਪ ਬਣਾ ਲੈਂਦੇ ਨੇ। ਇਹ ਨਾਨਕ ਜੀ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਨਾਨਕ ਨਾਹਿ ਸ਼ੁਮਾਰ, ਬੇਅੰਤ ਹੈ ਇਹ ਖੇਡ। ਪੌੜੀ ਪੱਖਾ ਖੂਨਾ ਕਛ ਨਹੀਂ, ਇਸ ਸਮਰੱਥ ਕੈ ਪਾਏ। ਅੱਖਰ ਤੋਂ ਉਪਦੇਸ਼ ਦੇ ਰਹੇ ਨੇ, ਖਖਾ ਖੂਨਾ ਕਛ ਨਹੀਂ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਸਰਬ ਸਮਰੱਥ ਨੇ। ਉਹਨਾਂ ਦੇ ਨਿਜ਼ਮ ਵਿੱਚ, ਸੱਚੇ ਗਿਆਨ ਵਿੱਚ, ਗੁਣਾਂ ਵਿੱਚ, ਵਰਤਾਰਿਆਂ ਵਿੱਚ ਉਹਨਾਂ ਕੋਈ ਘਾਟ ਨਹੀਂ ਹੈ। ਆਖੋ ਵਾਹਿਗੁਰੂ। ਕਿ ਸਰਬ ਸਮਰੱਥ ਨੇ, ਸ਼ਕਤੀਆਂ ਦੇ ਮਾਲਕ ਨੇ, ਸੁਪਰੀਮ ਪਾਵਰ ਹੈ ਵਾਹਿਗੁਰੂ ਜੀ। ਜੋ ਦੇਣਾ ਸੋ ਦੇ ਰਹੇ ਹੋ, ਭਾਵੈ ਤਹ ਤਹ ਜਾਏ। ਜੈਸੀ ਕਿਸੇ ਦੀ ਭਾਵਨਾ ਹੈ, ਜਿਹੋ ਜਿਹਾ ਕਿਸੇ ਦੇ ਸੁਭਾਅ ਦਾ ਭਾਂਡਾ ਹੈ, ਜਿਹੋ ਜੀ ਸੋਚ ਦੀ ਅੰਦਰ ਕੁਠਾਲੀ ਹੈ, ਝੋਲੀ ਹੈ, ਉਨੀਆਂ ਕੁ ਦਾਤਾਂ ਮਿਲੀਆਂ ਹੋਈਆਂ ਨੇ। ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਮੇਰੇ ਕੋਲ ਸਭ ਕੁਝ ਵਾਹਿਗੁਰੂ ਜੀ ਦਾ ਦਿੱਤਾ ਹੈ, ਉਹ ਦੇ ਰਹੇ ਨੇ। ਫਿਰ ਜਿੱਧਰ ਵੀ ਦੇਖੀਏ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ। ਸੱਚਾ ਗਿਆਨ ਬਣ ਕੇ ਵਾਹਿਗੁਰੂ ਜੀ ਹਰ ਵਰਤਾਰੇ ਵਿੱਚ ਨੇ। ਗੁਣ ਬਣ ਕੇ ਹਰ ਥਾਂ ਤੇ ਨੇ। ਰੱਬੀ ਨਿਜ਼ਮ ਬਣ ਕੇ ਵਾਹਿਗੁਰੂ ਜੀ ਹਰ ਥਾਂ ਤੇ ਨੇ। ਖਰਚ ਖਜ਼ਾਨਾ ਨਾਮ ਧਨ, ਕਿਆ ਭਗਤਨ ਕੀ ਰਾਸ। ਜੋ ਸੱਚੇ ਗਿਆਨ ਦਾ, ਗੁਣਾਂ ਦਾ, ਬਖਸ਼ਿਸ਼ ਦਾ ਖਜ਼ਾਨਾ ਹੈ ਵਾਹਿਗੁਰੂ ਜੀ ਦਾ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ, ਉਹਨੂੰ ਜਿੰਨਾ ਵੀ ਖਰਚਿਆ ਉਹ ਵੱਧਦਾ ਜਾਂਦਾ ਹੈ। ਇਹ ਭਗਤ ਜਨਾਂ ਦੀ, ਰੱਬੀ ਪਿਆਰਿਆਂ ਦੀ, ਗੁਰਸਿੱਖਾਂ ਦੀ ਇਹ ਹਿਰਦੇ ਦੀ ਪੂੰਜੀ ਹੈ। ਆਖੋ ਵਾਹਿਗੁਰੂ। ਅਸਲੀ ਕਮਾਈ ਹੈ। ਹਿਮਾ ਗਰੀਬੀ ਆਨੰਦ ਸਹਿਜ, ਜਪਤ ਰਹਿ ਗੁਣਤਾਸ। ਉਹਨਾਂ ਦੇ ਅੰਦਰ ਇੱਕ ਤੇ ਖਿਮਾ ਭਾਵਨਾ ਹੁੰਦੀ ਹੈ। ਕੋਈ ਉੱਚਾ ਨੀਵਾਂ ਬੋਲ ਗਿਆ, ਕੋਈ ਮਿਸਬਿਹੇਵ ਕਰ ਗਿਆ, ਕੋਈ ਵਧੀਕੀ ਕਰ ਗਿਆ, ਉਹ ਬਦਲਾ ਲਊ ਭਾਵਨਾ ਵਿੱਚ ਨਹੀਂ ਜਿਉਂਦੇ। ਉਹਨਾਂ ਨੂੰ ਸੋਝੀ ਹੁੰਦੀ ਹੈ, ਜਿੰਨੀ ਕੁ ਮੱਤ ਸੀ ਵਰਤ ਗਿਆ। ਉਹਨਾਂ ਅੰਦਰ ਖਿਮਾ ਹੁੰਦੀ ਹੈ। ਗਰੀਬੀ, ਉਹਨਾਂ ਅੰਦਰ ਨਿਮਰਤਾ ਹੁੰਦੀ ਹੈ। ਆਨੰਦ, ਆਤਮਿਕ ਆਨੰਦ ਹੁੰਦਾ ਹੈ। ਸਹਿਜ, ਉਹ ਅਡੋਲ ਰਹਿ ਕੇ ਗੁਰੂ ਦੇ ਮਿਸ਼ਨ ਤੇ ਤੁਰਦੇ ਰਹਿੰਦੇ ਨੇ, ਰੱਬੀ ਮਿਸ਼ਨ ਤੇ ਅੱਗੇ ਵੱਧਦੇ ਰਹਿੰਦੇ ਨੇ। ਉਹ ਗੁਣਾਂ ਦੇ ਖਜ਼ਾਨੇ ਨੂੰ ਹਰ ਵੇਲੇ ਜਪਦੇ ਨੇ। ਉਹ ਗੁਣਾਂ ਦੇ ਖਜ਼ਾਨੇ ਨੂੰ, ਗੁਣਾਂ ਨੂੰ ਯਾਦ ਰੱਖਦੇ ਨੇ, ਗੁਣਾਂ ਨੂੰ ਜ਼ਿੰਦਗੀ ਜਿਉਂਦੇ ਨੇ, ਗੁਣਾਂ ਨਾਲ ਪਰਉਪਕਾਰ ਕਰਦੇ ਨੇ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ। ਉਹਦੀ ਪੈ ਪਾਵਨੀ ਸ਼ੁਕਰਾਨਾ ਉਹਨਾਂ ਲਈ ਆਨੰਦ ਸੰਤੁਸ਼ਟੀ ਹੈ। ਖੇਲਾਂ ਹੈ ਬਿਗਸੈ ਹੈ ਆਨੰਦ ਸਿਉ, ਜਾ ਕੋ ਹੋਤ ਕਿਰਪਾਲ। ਜਿਨ੍ਹਾਂ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਯਾਨੀ ਜਿਨ੍ਹਾਂ ਨੂੰ ਬਖਸ਼ਿਸ਼ ਮਿਲਦੀ ਹੈ, ਉਹ ਵਾਹਿਗੁਰੂ ਜੀ ਦੇ ਆਨੰਦ ਰਸ ਵਿੱਚ, ਸੰਤੁਸ਼ਟੀ ਵਿੱਚ, ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਜ਼ਿੰਦਗੀ ਦੀ ਖੇਲ ਖੇਲਦੇ ਨੇ ਔਰ ਜਿੱਤਦੇ ਨੇ। ਆਖੋ ਵਾਹਿਗੁਰੂ। ਸਦੀਵ ਗਨੀਵ ਸੁਹਾਵਨੇ, ਰਾਮ ਨਾਮ ਗ੍ਰਹਿ ਮਾਲ। ਉਹ ਸਦਾ ਹੀ ਸੋਹਣੇ ਨੇ, ਸੁਹਾਵਣੇ ਨੇ। ਉਹ ਅੰਦਰੋਂ ਅਮੀਰ ਨੇ, ਸੋਹਣੇ ਜੀਵਨ ਵਾਲੇ ਨੇ। ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਮਾਲ ਖਜ਼ਾਨਾ ਉਹਨਾਂ ਦੇ ਹਿਰਦੇ 'ਚ ਹੁੰਦਾ ਹੈ। ਸੋਝੀ ਬਣ ਕੇ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਬਣ ਕੇ, ਗੁਣਾਂ ਦੇ ਨਾਲ, ਰੱਬੀ ਉਪਦੇਸ਼ਾਂ ਦੇ ਨਾਲ ਅੰਦਰਲਾ ਖਜ਼ਾਨਾ ਭਰਿਆ ਹੁੰਦਾ ਹੈ। ਖੇਦ ਨਾ ਦੁਖ ਨਾ ਡਾਨ ਤੇ, ਜਾਂ ਕੋ ਨਦਰ ਕਰੀ। ਜਿਨ੍ਹਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਅੱਖਰੀ ਅਰਥ ਬਣਦੇ ਨੇ, ਨਾ ਉਹਨਾਂ ਨੂੰ ਕੋਈ ਅੰਦਰ ਖੇਦ ਕਲੇਸ਼ ਹੈ। ਉਹ ਵੈਰ ਵਿਰੋਧ ਦੇ ਪਾਤਰ ਨਹੀਂ ਬਣਦੇ। ਉਹਨਾਂ ਦੇ ਮਨ ਦੀ ਤੇ ਗੁਰੂ ਦੀ ਸੋਚ ਦੀ ਆਪਸ ਵਿੱਚ ਕੰਟਰਾਡਿਕਟਰੀ ਨਹੀਂ ਹੈ, ਵਿਰੋਧ ਨਹੀਂ ਹੈ। ਜੋ ਗੁਰੂ ਦਾ ਉਪਦੇਸ਼ ਕਹਿੰਦਾ ਉਸ ਅਨੁਸਾਰ ਹੀ ਮਨ ਚੱਲਦਾ, ਅੰਦਰ ਕਲੇਸ਼ ਨਹੀਂ ਹੈ। ਤੇ ਬਾਹਰ ਉਹ ਵੈਰ ਵਿਰੋਧ ਧੜੇਬੰਦੀਆਂ ਵਿੱਚ ਨਹੀਂ ਫਸਦੇ। ਉਹ ਆਪਣੇ ਤੇ ਕਿਸੇ ਧੜੇਬੰਦੀ ਦਾ ਲੇਬਲ ਨਹੀਂ ਲੱਗਣ ਦਿੰਦੇ। ਦੁੱਖ ਨਾ ਡਾਨ, ਅੱਖਰੀ ਅਰਥ ਨੇ ਦੁੱਖਾਂ ਦੀ ਸਜ਼ਾ ਨਹੀਂ ਮਿਲਦੀ, ਡਨ। ਪਰ ਇਸ ਰਮਜ ਨੂੰ ਸਮਝਣਾ,
ਦੁੱਖ ਤਾਂ ਹਰ ਇੱਕ ਨੂੰ ਆਉਂਦੇ ਨੇ। ਦੇਖਿਓ ਕਿਤੇ ਇਹ ਸਮਝ ਲੈਣਾ ਕਿ ਗੁਰੂ ਸਾਹਿਬ ਦੀ ਜ਼ਿੰਦਗੀ 'ਚ ਦੁੱਖ ਆਏ ਤੇ ਦੁੱਖਾਂ ਦੀ ਸਜ਼ਾ ਸੀ ਉਹ। ਇਸ ਨੂੰ ਨੁਕਤੇ ਨੂੰ ਸਮਝਿਓ, ਬੜਾ ਸੂਖਸ਼ਮ ਜਿਹਾ ਨੁਕਤਾ ਹੈ। ਜ਼ਿੰਦਗੀ 'ਚ ਦੁੱਖ ਆਏ, ਉਹਨੂੰ ਪਰਉਪਕਾਰ ਦੇ ਮਿਸ਼ਨ ਤੋਂ ਤੋੜ ਗਏ, ਗੁਰੂ ਦੇ ਮਿਸ਼ਨ ਤੋਂ ਤੋੜ ਗਏ। ਤੋੜ ਗਏ ਤਾਂ ਦੁੱਖ ਦੀ ਸਜ਼ਾ ਮਿਲ ਗਈ, ਆਖੋ ਵਾਹਿਗੁਰੂ, ਇਹ ਸਜ਼ਾ ਹੈ। ਅਗਰ ਦੁੱਖ ਆਏ, ਹਰ ਦੁੱਖ ਨੇ ਅੰਦਰੋਂ ਮਜ਼ਬੂਤ ਕਰ ਦਿੱਤਾ, ਹਰ ਦੁੱਖ ਨੇ ਅੰਦਰੋਂ ਵਿਸ਼ਵਾਸ ਵਧਾ ਦਿੱਤਾ, ਦੁੱਖਾਂ ਦੇ ਵਿੱਚੋਂ ਦੀ ਵੀ ਉਹ ਮਿਸ਼ਨ ਵੱਲ ਤੁਰਦੇ ਰਹੇ, ਇਹਦਾ ਮਤਲਬ ਉਹਨਾਂ ਨੂੰ ਦੁੱਖਾਂ ਦੀ ਸਜ਼ਾ ਨਹੀਂ ਮਿਲੀ, ਆਖੋ ਵਾਹਿਗੁਰੂ। ਇਹਨਾਂ ਨੂੰ ਜਿਨ੍ਹਾਂ ਤੇ ਬਖਸ਼ਿਸ਼ ਹੈ, ਜਾ ਕੋ ਨਦਰ ਕਰੇ। ਬਖਸ਼ਿਸ਼ ਵਾਲੇ ਜੀਵਨ, ਦੁੱਖ ਮਨਮੁਖ ਤੇ ਵੀ ਆਉਂਦੇ ਨੇ, ਦੁੱਖ ਗੁਰਮੁਖ ਤੇ ਵੀ ਆਉਂਦੇ ਨੇ, ਇਹਨੂੰ ਯਾਦ ਰੱਖਿਓ। ਵਿਘਨ ਪਰਿਵਾਰਕ ਜੀਵਨ ਵਿੱਚ ਵੀ ਆਉਂਦੇ ਨੇ, ਵਿਘਨ ਕਾਰੋਬਾਰੀ ਜੀਵਨ ਵਿੱਚ ਵੀ ਆਉਂਦੇ ਨੇ, ਵਿਘਨ ਪਰਉਪਕਾਰ ਦੇ ਜੀਵਨ ਵਿੱਚ ਵੀ ਆਉਂਦੇ ਨੇ। ਜੇ ਮਨ ਦੇ ਪਿੱਛੇ ਲੱਗ ਕੇ, ਸੁਭਾਅ ਦੇ ਪਿੱਛੇ ਲੱਗ ਕੇ, ਸੋਚ ਦੇ ਪਿੱਛੇ ਲੱਗ ਕੇ ਦੁਨਿਆਵੀ ਪ੍ਰਾਪਤੀਆਂ ਵੱਲ ਤੁਰੇ ਹੈ, ਵਿਘਨ ਆਏ ਨੇ, ਵਿਘਨ ਉਹਨਾਂ ਦੇ ਵੀ ਆ ਕੇ ਚਲੇ ਜਾਂਦੇ ਨੇ, ਵਿਘਨ 'ਚੋਂ ਜ਼ਿੰਦਗੀ ਅੱਗੇ ਨਿਕਲ ਜਾਂਦੀ ਹੈ। ਵਿਘਨ ਪਰਉਪਕਾਰੀ ਦੀ ਜ਼ਿੰਦਗੀ ਵਿੱਚ ਵੀ ਆਉਂਦੇ ਨੇ ਤੇ ਵਿਘਨ 'ਚੋਂ ਨਿਕਲ ਕੇ ਪਰਉਪਕਾਰੀ ਦੀ ਜ਼ਿੰਦਗੀ ਵੀ ਸਮੂਥਲੀ ਚੱਲ ਪੈਂਦੀ ਹੈ। ਪਰ ਰੱਬ ਦੇ ਮਾਰਗ ਤੇ ਤੁਰਨ ਵਾਲੇ ਦੀ ਜ਼ਿੰਦਗੀ ਜਿਹੜੇ ਦੁੱਖ ਆਉਂਦੇ ਨੇ, ਉਹਨੂੰ ਕੁਰਬਾਨੀ ਕਹਿੰਦੇ ਨੇ, ਆਖੋ, ਉਹਨੂੰ ਕੁਰਬਾਨੀ ਕਹਿੰਦੇ ਨੇ। ਦੁਨਿਆਵੀ ਰਸਾਂ ਕਸਾਂ ਵਿੱਚ ਉਲਝੀ ਹੋਈ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਆਉਂਦੇ ਨੇ, ਉਹ ਝੰਜਟ ਹੁੰਦੇ ਨੇ, ਕਿਉਂਕਿ ਉਹਨੂੰ ਫਸਾ ਕੇ ਰੱਖਦੇ ਨੇ, ਉਸ ਪਾਸੇ ਤੁਰਨ ਨਹੀਂ ਦਿੰਦੇ, ਆਖੋ। ਇਸ ਲਈ ਬਖਸ਼ਿਸ਼ ਵਾਲਾ ਜੀਵਨ ਉਹਦੀ ਨਿਰਾਲੀ ਖੇਡ ਹੈ। ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ। ਇਹ ਨਾਨਕ ਜੀ ਜਿਨ੍ਹਾਂ ਦੀ ਸੋਚ, ਸੁਭਾਅ ਤੇ ਜੀਵਨ ਵਾਹਿਗੁਰੂ ਜੀ ਨੂੰ ਭਾ ਗਿਆ, ਜੋ ਪ੍ਰਭ ਭਾਣਿਆ। ਭਾ ਕੀ ਗਿਆ? ਜੋ ਰੱਬ ਦੇ ਨਿਯਮ ਅਨੁਸਾਰ ਹੈ, ਉਹ ਭਾ ਗਿਆ, ਚੰਗਾ ਲੱਗਿਆ। ਜੋ ਗੁਰੂ ਦੇ ਉਪਦੇਸ਼ਾਂ ਅਨੁਸਾਰ ਸੁਭਾਅ ਹੈ, ਗੁਰੂ ਦੇ ਉਪਦੇਸ਼ ਅਨੁਸਾਰ ਸੋਚ ਹੈ, ਉਹ ਰੱਬ ਨੂੰ ਭਾ ਗਈ। ਪੂਰੀ ਤਿਨਾ ਪਰੀ, ਉਹਨਾਂ ਦੀ ਜ਼ਿੰਦਗੀ ਦੀ ਬਾਜੀ ਸਫਲ ਹੋ ਗਈ। ਉਹ ਜ਼ਿੰਦਗੀ ਸਫਲ ਕਰਕੇ ਰੱਬ ਦੀਆਂ ਨਜ਼ਰਾਂ ਦੇ ਵਿੱਚ ਜੀਵਨ ਜਿਉਂਗੇ, ਆਖੋ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ